ਹੈਲੋ ਦੋਸਤੋ, ਸਵਾਗਤ ਹੈ ਤੁਹਾਡੇ ਸਭ ਦਾ ਹੀ ਰੇਸ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ 'ਤੇ ਜੀ। ਸੋ ਦੋਸਤੋ, ਅੱਜ ਤਰੀਕ ਹੈ ਜੀ 16 ਜਨਵਰੀ। ਸੋ ਜਿਵੇਂ ਕਿ ਤੁਹਾਨੂੰ ਪਤਾ, ਆਪਾਂ 2 ਦਿਨਾਂ ਦੀਆਂ ਇਕੱਠੀਆਂ ਕਰੰਟ ਅਫੇਅਰ ਨਿਊਜ਼ ਡਿਸਕਸ਼ਨ ਕਰਦੇ ਹੁੰਦੇ ਹੈਗੇ। ਸੋ ਅੱਜ ਆਪਾਂ ਗੱਲ ਕਰਾਂਗੇ ਜੀ 15 ਅਤੇ 16 ਜਨਵਰੀ ਦੀਆਂ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਬਾਰੇ। ਸੋ ਨਾਲ ਜਿੰਨੇ ਵੀ ਸਟੈਟਿਕ ਫੈਕਟ ਬਣਗੇ ਦੇਖੋ ਉਹ ਵੀ ਆਪਾਂ ਡਿਸਕਸ਼ਨ ਕਰਾਂਗੇ। ਸੋ ਜਿਹੜੇ ਕਿ ਤੁਹਾਡੇ ਆਉਣ ਵਾਲੇ ਹੁਣ ਹਰ ਇੱਕ ਗੌਰਮੈਂਟ ਐਗਜ਼ਾਮ ਲਈ ਮੋਸਟ ਇੰਪੋਰਟੈਂਟ ਰਹਿਣਗੀਆਂ। ਖਾਸ ਕਰਕੇ ਗੱਲ ਕਰੀਏ ਪੰਜਾਬ ਪਟਵਾਰੀ ਦਾ ਵੀ ਦੇਖੋ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਗਾ। ਸੋ ਉਹਦੇ ਲਈ ਮੋਸਟ ਇੰਪੋਰਟੈਂਟ ਰਹੇਗਾ ਜੀ ਇਹ ਜੀਕੇ ਸੈਕਸ਼ਨ ਵਾਸਤੇ। ਸੋ ਬਿਨਾਂ ਕਿਸੇ ਦੇਰੀ ਤੋਂ ਜੀ ਫਿਰ ਸ਼ੁਰੂ ਕਰਦੇ ਆਪਣੀ ਕਲਾਸ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਪਣੇ ਇੰਪੋਰਟੈਂਟ ਡੇ ਬਾਰੇ। ਦੇਖੋ 15 ਜਨਵਰੀ ਨੂੰ ਮੋਸਟ ਇੰਪੋਰਟੈਂਟ ਡੇ ਸੀਗਾ, ਇੰਡੀਅਨ ਆਰਮੀ ਡੇ ਹੈਗਾ ਸੀਗਾ, ਠੀਕ ਹੈ 15 ਜਨਵਰੀ ਨੂੰ। ਵੈਸੇ ਤਾਂ ਇੱਥੇ ਮੈਂ ਦੂਜੇ ਨੇ ਆਪਣੇ ਜਿਵੇਂ ਕਿ ਨੇਵੀ ਔਰ ਏਅਰਫੋਰਸ, ਠੀਕ ਹੈ ਨਾ, ਉਹਨਾਂ ਸੇਨਾਵਾਂ ਵਾਲੇ ਵੀ ਡੇ ਮੈਂਸ਼ਨ ਕਰ ਦਿੱਤੇ ਨੇਗੇ। ਅੱਜ ਕੱਲ੍ਹ ਦੀ ਗੱਲ ਕਰਦੇ ਹਾਂ ਜੀ, ਜਿਵੇਂ ਕਿ 15 ਜਨਵਰੀ ਨੂੰ ਇੰਡੀਅਨ ਆਰਮੀ ਡੇ ਹੈਗਾ ਸੀ। ਔਰ ਤੁਹਾਨੂੰ ਆਪਣੇ ਆਰਮੀ ਦੇ ਚੀਫ ਦਾ ਨਾਮ ਪਤਾ ਹੋਣਾ ਚਾਹੀਦਾ। ਯਾਦ ਰੱਖਣਾ ਜਨਰਲ ਮਨੋਜ ਮੁਕੁੰਦ ਨਰਮਾਣੇ ਸਾਹਿਬ ਨੇਗੇ, ਠੀਕ ਹੈ। ਇਸੇ ਤਰੀਕੇ ਨਾਲ ਮੈਂ ਗੱਲ ਕਰਾਂ ਜੀ 4 ਦਸੰਬਰ ਨੂੰ, ਤਾਂ ਨੇਵੀ ਡੇ ਹੁੰਦਾ ਹਰ ਸਾਲ। ਔਰ ਨੇਵੀ ਦੇ ਆਪਣੇ ਹੈੱਡ ਕੌਣ ਨੇਗੇ? ਐਡਮਿਰਲ ਕਰਮਬੀਰ ਸਿੰਘ ਹੈਗੇ ਨੇਗੇ, ਠੀਕ ਹੈ। ਔਰ ਇਸੇ ਤਰੀਕੇ ਨਾਲ ਗੱਲ ਕਰੀਏ ਆਪਣੀ ਏਅਰਫੋਰਸ ਬਾਰੇ, 8 ਅਕਤੂਬਰ ਨੂੰ ਹੁੰਦਾ ਜੀ ਹਰ ਸਾਲ ਏਅਰਫੋਰਸ ਡੇ। ਔਰ ਆਪਣੇ ਏਅਰਫੋਰਸ ਦੇ ਹੈੱਡ ਕੌਣ ਨੇਗੇ? ਰਾਕੇਸ਼ ਕੁਮਾਰ ਸਿੰਘ ਭਦੌਰੀਆ ਹੈਗੇ ਨੇਗੇ। ਤਾਂ ਇਹਨਾਂ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ ਔਰ ਇਹਨਾਂ ਦੇ ਡੇ ਬਾਰੇ। ਬਾਕੀ ਤੁਸੀਂ CDS ਵੀ ਯਾਦ ਰੱਖ ਸਕਦੇ ਹੋ। ਚੀਫ ਆਫ ਡਿਫੈਂਸ ਸਟਾਫ ਕੌਣ ਨੇ? ਆਪਣੇ ਬਿਪਨ ਰਾਵਤ ਸਾਹਿਬ ਹੈਗੇ ਨੇਗੇ, ਠੀਕ ਹੈ ਨਾ। ਪਹਿਲੇ ਹੀ ਆਪਣੇ ਚੀਫ ਆਫ ਡਿਫੈਂਸ ਸਟਾਫ ਹੈਗੇ ਨੇ ਇਹ ਬਿਪਨ ਰਾਵਤ ਸਾਹਿਬ। ਔਰ ਇਹਨਾਂ ਨੇ ਆਪਣਾ ਜਿਹੜਾ ਅਹੁਦਾ ਗਾ ਸੰਭਾਲਿਆ ਸੀਗਾ 1 ਜਨਵਰੀ 2020 ਨੂੰ, ਠੀਕ ਹੈ ਨਾ। ਸੋ ਇਹਨਾਂ ਬਾਰੇ ਵੀ ਤੁਹਾਨੂੰ ਯਾਦ ਰੱਖਣਾ। ਸੋ ਹੁਣ ਗੱਲ ਕਰਦੇ ਹਾਂ ਆਪਣੀਆਂ ਕਰੰਟ ਅਫੇਅਰ ਨਿਊਜ਼ ਬਾਰੇ। ਸਭ ਤੋਂ ਫਸਟ ਕੁਐਸਚਨ ਬਾਰੇ ਆਪਣੇ, ਹੂ ਹੈਜ਼ ਬੀਨ ਅਵਾਰਡਡ ਦੀ ਵਾਰ ਟਾਈਮ ਗਲੈਂਟਰੀ ਅਵਾਰਡ। ਦੇਖੋ ਜੀ, ਕਹਿੰਦੇ ਵਾਰ ਟਾਈਮ ਬਹਾਦਰੀ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਗਾ? ਤਾਂ ਇਹ ਜੀ ਹੁਣ ਪੁਰਸਕਾਰ ਦਿੱਤਾ ਗਿਆ ਗਾ ਕੇ ਪਲਾਨੀ ਸਾਹਿਬ ਨੂੰ। ਦੇਖੋ ਕੇ ਪਲਾਨੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਤਮਿਲਨਾਡੂ ਦੇ ਰਾਮਨਾਥਪੁਰਮ ਸ਼ਹਿਰ ਤੋਂ ਹੈਗੇ ਸੀਗੇ। ਔਰ ਦੇਖੋ ਤੁਹਾਨੂੰ ਪਿੱਛੇ ਜਿਹੀ ਹੁਣ ਘਟਨਾ ਜਿਹੜੀ ਆਪਣੀ ਹੋਈ ਸੀਗੀ ਸੁਣੀ ਹੋਣੀ, ਗਲਵਾਨ ਘਾਟੀ ਵਾਲੀ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ਦੇ ਵਿੱਚ ਚੀਨ ਦੇ ਸੈਨਿਕਾਂ ਦੇ ਨਾਲ ਝੜਪ ਦੇ ਵਿੱਚ ਕੀ ਇਹਨਾਂ ਦੀ ਇਹ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ। ਔਰ ਇਹ ਆਪਣੇ ਹਵਲਦਾਰ ਹੈਗੇ ਸੀ ਆਰਮੀ ਦੇ ਵਿੱਚ। ਔਰ ਇਹਨਾਂ ਨੂੰ ਹੀ ਹੁਣ ਦਿੱਤਾ ਗਿਆ ਜੀ ਤਮਿਲਨਾਡੂ ਸਰਕਾਰ ਵੱਲੋਂ ਵਾਰ ਟਾਈਮ ਗਲੈਂਟਰੀ ਅਵਾਰਡ, ਠੀਕ ਹੈ ਨਾ। ਸੋ ਇਹਨਾਂ ਨਾਮ ਯਾਦ ਰੱਖਣਾ ਕੇ ਪਲਾਨੀ, ਠੀਕ ਹੈ। ਤਮਿਲਨਾਡੂ ਦੇ ਰਾਮਨਾਥਪੁਰਮ ਤੋਂ ਇਹ ਹੈਗੇ ਸੀਗੇ। ਔਰ ਇਸ ਸਾਲ 26 ਜਨਵਰੀ 'ਤੇ ਕੀ ਆ ਇਹਨਾਂ ਨੂੰ ਮਰਨ ਉਪਰੰਤ ਇਹ ਅਵਾਰਡ ਜਿਹੜਾ ਪ੍ਰਦਾਨ ਕੀਤਾ ਜਾਏਗਾ, ਠੀਕ ਹੈ ਨਾ। ਸੋ ਇਹਨਾਂ ਨਾਮ ਯਾਦ ਰੱਖਣਾ ਕੇ ਪਲਾਨੀ ਇਹਨਾਂ ਨਾਮ ਹੈਗਾ। ਔਰ ਇਹ ਤਮਿਲਨਾਡੂ ਤੋਂ ਹੈਗੇ ਨੇਗੇ, ਠੀਕ ਹੈ ਨਾ। ਸੋ ਇਹਨਾਂ ਨਾਮ ਇੰਪੋਰਟੈਂਟ ਰਹੇਗਾ। ਬਾਕੀ ਉੱਧਰ ਆਪਸ਼ਨ ਬਾਰੇ ਵੀ ਗੱਲਬਾਤ ਕਰ ਲੈਂਦੇ ਹਾਂ ਜੀ। ਆਪਸ਼ਨ ਨੰਬਰ C ਬਾਰੇ ਰਣਜੀਤ ਸਿੰਘ ਦੇਸਲੇ, ਇਹਨਾਂ ਬਾਰੇ ਬਹੁਤ ਵਾਰੀ ਆਪਾਂ ਨੇ ਗੱਲ ਕਰ ਲਈ। ਔਰ ਇਹ ਨਾਮ ਇੰਪੋਰਟੈਂਟ ਵੀ ਹੈਗਾ ਇਹਨਾਂ ਦਾ ਨਾਮ। ਇਹਨਾਂ ਨੂੰ ਗਲੋਬਲ ਟੀਚਰ ਪ੍ਰਾਈਜ਼ ਦਿੱਤਾ ਗਿਆ ਸੀਗਾ ਔਰ ਪਹਿਲੇ ਭਾਰਤੀ ਬਣੇ ਸੀ ਗਲੋਬਲ ਟੀਚਰ ਪ੍ਰਾਈਜ਼ ਪ੍ਰਾਪਤ ਕਰਨ ਵਾਲੇ। ਬਾਕੀ ਡਾਕਟਰ ਸ਼ੈਲਾ ਕੈਨੀ ਬਾਰੇ ਅਗਰ ਆਪਾਂ ਇਹਨਾਂ ਦੇ ਬਾਰੇ ਗੱਲ ਕਰੀਏ ਤਾਂ ਇਹਨਾਂ ਬਾਰੇ ਆਪਾਂ ਨੇ ਪੜ੍ਹਿਆ ਸੀ ਰਾਸ਼ਟਰੀ ਫਲੋਰੈਂਸ ਨਾਈਟੈਂਗਲ ਅਵਾਰਡ ਦਿੱਤਾ ਗਿਆ ਸੀ ਇਹਨਾਂ ਨੂੰ, ਠੀਕ ਹੈ ਨਾ। ਬਾਕੀ ਆਪਸ਼ਨ ਨੰਬਰ A ਸੁਭਦਰਾ ਸ਼ਰਮਾ, ਇਹਨਾਂ ਨਾਲ ਵੀ ਇੰਪੋਰਟੈਂਟ ਹੈ ਜੀ। ਇਹਨਾਂ ਨੂੰ ਜੰਗ ਸਾਇੰਟਿਸਟ ਪੁਰਸਕਾਰ ਦਿੱਤਾ ਗਿਆ ਸੀ 2020 ਦਾ, ਠੀਕ ਹੈ ਨਾ। ਜਾਂ ਤੁਸੀਂ ਕਹਿ ਸਕਦੇ ਹੋ ਯੁਵਾ ਵਿਗਿਆਨੀ ਪੁਰਸਕਾਰ ਵੀ ਕਹਿ ਸਕਦੇ ਹੋ 2020 ਦਾ। ਸੋ ਇਹਨਾਂ ਨਾਮ ਸੁਭਦਰਾ ਸ਼ਰਮਾ, ਇਹਨਾਂ ਨਾਮ ਵੀ ਯਾਦ ਰੱਖਣਾ। ਚਾਰੇ ਹੀ ਨਾਮ ਇੰਪੋਰਟੈਂਟ ਨੇਗੇ, ਸੋ ਇਹਨਾਂ ਬਾਰੇ ਧਿਆਨ ਵਿੱਚ ਰੱਖਣਾ, ਠੀਕ ਹੈ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਅੱਜ ਦੇ। ਹੂ ਹੈਜ਼ ਬੀਨ ਇਲੈਕਟਡ ਐਜ਼ ਦੀ ਅਫੀਸ਼ੀਅਲ ਰਿਪਰੈਜ਼ੈਂਟੇਟਿਵ ਆਫ BCCI ਫॉर ਦੀ ICC ਬੋਰਡ ਮੀਟਿੰਗ। ਦੇਖੋ ਜੀ, ਕਹਿੰਦੇ ICC ਬੋਰਡ ਮੀਟਿੰਗ ਦੀ ਬੈਠਕ ਲਈ ਕਿਸ ਨੂੰ BCCI ਦਾ ਅਧਿਕਾਰਿਤ ਪ੍ਰਤੀਨਿਧੀ ਚੁਣਿਆ ਗਿਆ ਗਾ? ਤਾਂ ਇਹਨਾਂ ਨਾਮ ਆਪਣੇ ਲਈ ਇੰਪੋਰਟੈਂਟ ਰਹਿਣ ਵਾਲਾ ਜੀ। ਔਰ ਇਹਨਾਂ ਨਾਮ ਗਾ ਜੈ ਸ਼ਾਹ। ਆਪਸ਼ਨ ਨੰਬਰ C ਰਾਈਟ ਆਨਸਰ ਹੈ। ਜੈ ਸ਼ਾਹ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ BCCI ਦੇ ਸੈਕਟਰੀ ਹੈਗੇ ਨੇਗੇ। ਔਰ ਇਹ ਅਮਿਤ ਸ਼ਾਹ ਦੇ ਬੇਟੇ ਨੇਗੇ, ਠੀਕ ਹੈ ਨਾ, ਜਿਹੜੇ ਕਿ ਆਪਣੇ ਗ੍ਰਹਿ ਮੰਤਰੀ ਨੇ। ਔਰ ਇਹ ਹੁਣ ਸੌਰਵ ਗਾਂਗੁਲੀ ਦੀ ਜਗ੍ਹਾ ਲੈਣਗੇ ਇਸ ਸਾਲ, ਠੀਕ ਹੈ। ਪਹਿਲਾਂ ਸੌਰਵ ਗਾਂਗੁਲੀ ਹੈਗੇ ਸੀਗੇ। ਸੋ ਹੁਣ ਆਪਣੇ ICC ਦੇ ਵਿੱਚ BCCI ਦਾ ਜਿਹੜਾ ਪ੍ਰਤੀਨਿਧ ਕਰਨਗੇ ਹੁਣ ਜੈ ਸ਼ਾਹ, ਠੀਕ ਹੈ। ਸੋ ਇਹਨਾਂ ਨਾਮ ਇੰਪੋਰਟੈਂਟ ਰਹੇਗਾ। ਸੋ ਇਹਨਾਂ ਬਾਰੇ ਧਿਆਨ ਵਿੱਚ ਰੱਖਣਾ। ਬਾਕੀ ਗੱਲ ਦੇਖੋ BCCI ਔਰ ICC ਬਾਰੇ, ਇਹਨਾਂ ਬਾਰੇ ਵੀ ਇੰਪੋਰਟੈਂਟ ਬਣਦੀ ਹੈ। ਦੋਨਾਂ ਬਾਰੇ ਹੀ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰੀਏ BCCI ਬਾਰੇ। ਦੇਖੋ BCCI ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਦਾ ਪੂਰਾ ਨਾਮ ਹੁੰਦਾ ਗਾ ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ, ਠੀਕ ਹੈ। ਇਹ ਆਪਣੀ ਇੰਡੀਆ ਦੀ ਕ੍ਰਿਕਟ ਦੀ ਇੱਕ ਕਹਿ ਸਕਦੇ ਹੋ ਤੁਸੀਂ ਆਪਣੀ ਹੈਗੀ ਹੈ ਕਮੇਟੀ। ਔਰ ਅਗਰ ਆਪਾਂ ਗੱਲ ਕਰੀਏ BCCI ਬਾਰੇ, ਸਥਾਪਨਾ ਦੀ ਹੋਈ ਸੀ ਜੀ 1928 ਨੂੰ। ਔਰ ਅਗਰ ਆਪਾਂ ਗੱਲ ਕਰੀਏ ਇਹਦਾ ਹੈੱਡਕੁਆਟਰ ਕਿੱਥੇ ਹੈ BCCI ਦਾ, ਤਾਂ ਯਾਦ ਰੱਖਣਾ ਵਾਨਖੇੜੇ ਸਟੇਡੀਅਮ ਮੁੰਬਈ ਦੇ ਵਿੱਚ ਹੈ, ਠੀਕ ਹੈ ਨਾ। ਔਰ ਅਗਰ ਆਪਾਂ ਗੱਲ ਕਰੀਏ BCCI ਦੇ ਪ੍ਰੈਜ਼ੀਡੈਂਟ ਕੌਣ ਨੇਗੇ? ਸੌਰਵ ਗਾਂਗੁਲੀ ਹੈਗੇ ਨੇਗੇ। ਕਿੰਨਵੇਂ ਨੰਬਰ ਦੇ ਨੇਗੇ? 39ਵੇਂ ਨੰਬਰ ਦੇ ਨੇਗੇ, ਠੀਕ ਹੈ ਨਾ। ਸੋ ਇਹਨਾਂ ਬਾਰੇ ਯਾਦ ਰੱਖਣਾ। ਬਾਕੀ BCCI ਬਾਰੇ ਆਪਾਂ ਨੇ ਇੱਕ ਨਿਊਜ਼ ਵੀ ਪੜ੍ਹੀ ਥੋੜ੍ਹੇ ਦਿਨ ਪਹਿਲਾਂ, ਅਗਰ ਤੁਹਾਡੇ ਯਾਦ ਹੋਵੇ। ਦੇਖੋ BCCI ਨਾਲ ਯਾਦ ਰੱਖਣਾ ਜਿਹੜੀ ਆਪਣੀ BCCI ਦੀ ਸੀਨੀਅਰ ਨੈਸ਼ਨਲ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਬਣੇ ਸੀ ਇੱਕ ਜਿਨ੍ਹਾਂ ਨਾਂ ਸੀ ਚੇਤਨ ਸ਼ਰਮਾ, ਠੀਕ ਹੈ ਨਾ। ਸੋ ਇਹਨਾਂ ਨਾਮ ਇੰਪੋਰਟੈਂਟ ਰਹੇਗਾ।
बाकी ICC बारे भी गलबात कर लेने। देखो ICC का पूरा होंदा इंटरनैशनल क्रिकेट काउंसल। और अगर आप गल करिए ICC के प्रेजिडेंट की कौन है, देखो ICC के प्रेजिडेंट का नाम भी इंपोर्टेंट बनेगा क्योंकि इन्हों का भी रीसेंट में ही नवे ये बने थे और इन्होंने नाम है ग्रैग बार्कले, ठीक है ना। और कितों ने ये न्यूजीलैंड तो है ने, ठीक है ना। इन्हों बारे ध्यान में रखना। बाकी ICC का हैडकुआटर कितने है जी, याद रखना दुबई UAE दे विच हैगा। और ICC के CEO है ने मन्नू सानी, ठीक है ना। सो इन्नियां न्यूज़ तुसी इस क्वेश्चन नाल रिलेटेड याद रखनी, सारे फैक्ट जिहड़े इंपोर्टेंट है ने। सो गल करते नैक्सट क्वेश्चन बारे। विच स्टेट गवर्नमेंट स्टार्टड दी कंबैजन कैंपेन 2021। देखो जी कहने किहड़े राज ने हुण करुणा मुहिम 2021 में शुरू किया गा। देखो अगर आप गल करिए करुणा मुहिम की, जब भी करुणा मुहिम बारे गल आउंदी है तो इनू शुरू करता है जी गुजरात स्टेट। हर साल गुजरात के वलों 10 तो लैके 20 जनवरी तक हर साल करुणा मुहिम नू चलाया जाता अपने स्टेट में। देखो गल करिए करुणा मुहिम हैगी की हैगी, देखो पतंग उड़ान कारण जाने कि आप कह सकते पतंगबाजी कारण जिन्हें भी हर साल पंछी जिहड़े जख्मी हो जाते हैं, ठीक है ना। तो उन्होंने जख्मी पंछियों का इलाज करती है गुजरात सरकार, ठीक है ना। और अगर आप गल करिए तो इस मुहिम के तहत हुण तक गुजरात राज वालों लगभग 50,000 पंछियों की जान बचाई जा चुकी हैगी, ठीक है। और बस उन्हें सीधा ना याद रखना जी करुणा मुहिम हैगी काहदे वास्ते भी मैं दसती और किहदे नाल रिलेटेड है, गुजरात राज दे नाल रिलेटेड हैगी। बाकी गल गुजरात की करिए, गुजरात की कैपीटल है गांधीनगर। CM है ने विजय रूपानी और गवर्नर है ने आचार्य देवव्रत साहब। बाकी गुजरात के चीफ जस्टिस याद रख सकते हो जी विक्रम नाथ साहब है ने, ठीक है ना। देखो गुजरात दी करंट अफेयर न्यूज़ अगर आप रिवाइज कर देंगे, सब तो पहला तो अपने हाल ही के पढ़िया सी अपने देश की सब तो पहली लीथियम फैक्ट्री स्थापित करेगा गुजरात। और इस तो इलावा दुनिया का सब तो बड़ा रिन्यूएबल एनर्जी पार्क भी गुजरात के कच्छ जिले में स्थापित किया जाएगा हुण, तो भी याद रखना। देखो एक रिपोर्ट जारी की सी नीति आयोग ने और उस अगर आप रिपोर्ट की गल करिए एक इंडैक्स सीगा एक्सपोर्ट प्रिपेयरनैस इंडैक्स, इस दे विच टॉप ते रहा सी सारे स्टेटां दे विचों गुजरात स्टेट, ठीक है ना। तो इस बारे भी तुसीं याद रख सकते हो। बाकी गुजरात राज ही अपनी पुलिस नूं टेसर गन्ना देने वाला दुनिया अपने देश का पहला राज बनाया, सॉरी, ठीक है ना। और इस तो इलावा गुजरात दे विच ही अपने देश की पहली शहद रिसर्च प्रयोगशाला भी खोलिया जाएगा। तो ये सारिया न्यूज़ तुसीं गुजरात नाल रिलेटेड याद रख सकते हो जी, ये सारिया ही इंपोर्टेंट है। अच्छा गुजरात के नैशनल पार्क भी कई बार पूछ लेंदे ने, तो नैशनल पार्क भी देख लें। गिर नैशनल पार्क भी गुजरात में इंपोर्टेंट है। ब्लैक बक नैशनल पार्क है, बंसरा नैशनल पार्क है, मरीन नैशनल पार्क है। और एक ना पावर प्लांट है काकरा पार न्यूक्लियर पावर प्लांट, कई बार क्वेश्चन आया हुआ पेपर में, ये कितने है, ये भी गुजरात में है, ठीक है ना। तो ये सारे फैक्ट गुजरात नाल रिलेटेड याद रखने सारे ही इंपोर्टेंट हैगे ने। सो गल करते हैं नैक्सट क्वेश्चन बारे जी। हू वाज अपॉइंटेड दी इंडियन अंबैसडर टू दी पुर्तगाल। देखो जी कहते किस नूं पुर्तगाल दे विच भारती राजदूत नियुक्त किया गया गा। तो जी हुण पुर्तगाल दे विच जिहड़े मनीष चौहान साहब ने इन्हां नूं हुण अपने इंडियन अंबैसडर यानी कि भारतीय राजदूत वजों नियुक्त किया गया गा। सो इन्हां नाम ध्यान में रखना इंपोर्टेंट रहेगा। बाकी ऑप्शन नंबर B वाला नाम बरिंदर कुमार पाल, ठीक है। बरिंदर कुमार पाल वाले अपने पढ़िया सी हाल ही दे विच सोमालिया कंट्री के नवे अपने भारतीय अंबैसडर बने सीगे। और तरुण कुमार बारे देखिए तो NCC के डायरैक्टर जनरल बने सी अपने पढ़िया सी। और संजय कपूर कौन ने ऑल इंडिया चैस फैडरेशन के हैड बने सीगे, ठीक है ना। तो इन्होंने नाम बारे भी ध्यान में रखना। बाकी गल पुर्तगाल की भी आई है। पुर्तगाल की कैपीटल हैगी जी लिस्बन और करंसी चलती है इतने यूरो, ठीक है, यूरोपियन कंट्री है। सो इतने करंसी चलती है यूरो। सो ये बारे ध्यान में रखना। गल करते हैं नैक्सट क्वेश्चन बारे। वट पोजीशन डिड इंडिया होल्ड इन दी ऑनगोइंग ब्रेक आउट इकोनॉमिक। देखो जी कहते हाल ही दे विच जारी हुए ब्रेक आउट इकनॉमिक्स विच भारत का की स्थान रहेगा। देखो अगर आप गल करिए रैंकिंग बारे तो यह टफ्स यूनीवर्सिटी प्लस मास्टर कार्ड के द्वारा एक ना डिजिटल एवोल्यूशन स्कोर कार्ड लॉन्च किया गया सीगा। और ये डिजिटल एवोल्यूशन स्कोर कार्ड के जो अपना भारत है यदा स्थान रहेगा चौथा। देखो अगर आप गल करिए तो यह डिजिटल एवोल्यूशन स्कोर कार्ड एक कादे वास्ते आ, ਜਿਹੜੇ देशों के तेज़ी के नाल जी अपना डिजिटलकरण किया जा रहा है, यानी कि अपने कह रही है भी डिजिटल इंडिया। तो अपने भारत में तेज़ी नाल पूरे दुनिया के चौथा नंबर का स्थान ने प्राप्त किया, यानी कि तेज़ी नाल अपने देश में डिजिटलकरण किया गया, ठीक है ना, कहने का भाव। तो एक इस तरीके की रैंकिंग सी। भारत ओवरऑल ये चौथे नंबर पर रहेगा। पहले नंबर पर रहेगा
ਚਾਈਨਾ, ਠੀਕ ਹੈ ਨਾ। ਸੋ ਤੁਹਾਨੂੰ ਯਾਦ ਰੱਖਣਾ ਪਹਿਲੇ ਨੰਬਰ 'ਤੇ ਚਾਈਨਾ, ਔਰ ਆਪਣੇ ਭਾਰਤ ਵਾਲਾ ਇੰਪੋਰਟੈਂਟ ਹੈਗਾ ਆਪਣੇ ਲਈ ਤਾਂ ਇਹ ਹੈਗਾ ਚੌਥੇ ਨੰਬਰ 'ਤੇ। ਔਰ ਰੈਂਕਿੰਗ ਦਾ ਨਾਮ ਸੀ ਜਿਹੜਾ ਡਿਜੀਟਲ ਐਵੋਲਿਊਸ਼ਨ ਸਕੋਰ ਕਾਰਡ ਲਾਂਚ ਕੀਤੀਆਂ ਨੇ ਟਫਸ ਯੂਨੀਵਰਸਿਟੀ ਐਂਡ ਮਾਸਟਰ ਕਾਰਡ ਦੇ ਦੁਆਰਾ ਇਸ ਰੈਂਕਿੰਗ ਨੂੰ ਜਾਰੀ ਕੀਤਾ ਗਿਆ ਗਾ। ਤਾਂ ਇਹ ਯਾਦ ਰੱਖਣਾ ਇਸ ਕੁਐਸਚਨ ਬਾਰੇ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਹੁਣ ਆਪਾਂ। ਐਸਟੋਨੀਆਸ PM ਰਿਜ਼ਾਈਨਡ ਬਟ ਇਜ਼ ਹਿਜ਼ ਨੇਮ। ਦੇਖੋ ਜੀ ਕਹਿੰਦੇ ਐਸਟੋਨੀਆ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ, ਔਰ ਉਹਨਾਂ ਦਾ ਨਾਮ ਕੀ ਸੀਗਾ। ਅਗਰ ਆਪਾਂ ਗੱਲ ਕਰੀਏ ਐਸਟੋਨੀਆ ਦੇ ਪ੍ਰਧਾਨ ਮੰਤਰੀ ਦਾ, ਇਹਨਾਂ ਨਾਮ ਸੀ ਯੂਰੀ ਰੇਟਸ। ਆਪਸ਼ਨ ਨੰਬਰ D ਬਿਲਕੁਲ ਰਾਈਟ ਆਨਸਰ ਹੈ। ਇਹਨਾਂ ਨੇ ਹੁਣ ਆਪਣਾ ਅਸਤੀਫਾ ਦੇ ਦਿੱਤਾ। ਕਿਉਂ ਦਿੱਤਾ? ਕਿਉਂਕਿ ਇਹਨਾਂ 'ਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗ ਗਏ ਸੀਗੇ, ਔਰ ਤਾਂ ਕਰਕੇ ਇਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਗਾ। ਔਰ ਇਹ ਐਸਟੋਨੀਆ ਕੰਟਰੀ ਦੇ ਪ੍ਰਧਾਨ ਮੰਤਰੀ ਸੀ। ਐਸਟੋਨੀਆ ਇੱਕ ਯੂਰੋਪੀਅਨ ਕੰਟਰੀ ਹੈ ਵੈਸੇ, ਔਰ ਅਗਰ ਆਪਾਂ ਐਸਟੋਨੀਆ ਦੀ ਗੱਲ ਕਰੀਏ ਤਾਂ ਯੂਰੋਪੀਅਨ ਕੰਟਰੀ ਆ, ਔਰ ਤਾਂ ਕਰਕੇ ਇੱਥੇ ਕਰੰਸੀ ਚੱਲਦੀ ਹੈ ਯੂਰੋ। ਔਰ ਇੱਥੋਂ ਦੀ ਕੈਪੀਟਲ ਹੈਗੀ ਹੈ ਤਾਲੀਨ, ਠੀਕ ਹੈ, ਤਾਲੀਨ ਇੱਥੋਂ ਦੀ ਕੀ ਹੈ ਕੈਪੀਟਲ ਹੈਗੀ। ਸੋ ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਉਧਰ ਆਪਸ਼ਨ ਬਾਰੇ ਵੀ ਗੱਲਬਾਤ ਕਰ ਲੈਂਦੇ ਹੈਗੇ। ਆਪਸ਼ਨ ਨੰਬਰ C ਬਾਰੇ ਗੱਲ ਕਰੀਏ ਪਹਿਲਾਂ, ਐਵਾ ਮਾਟੋ ਕੌਣ ਹੈ ਜੀ ਇਹ? ਇਹਨਾਂ ਬਾਰੇ ਯਾਦ ਰੱਖਣਾ ਫਿਨਲੈਂਡ ਕੰਟਰੀ ਦੀ ਇੱਕ ਦਿਨ ਵਾਸਤੇ ਪ੍ਰਧਾਨ ਮੰਤਰੀ ਇਹ ਬਣੀ ਸੀਗੀ। ਵੈਸੇ ਫਿਨਲੈਂਡ ਕੰਟਰੀ ਦੀ ਪ੍ਰਧਾਨ ਮੰਤਰੀ ਸਨਾ ਮਾਰੇਨ ਹੈਗੀ, ਔਰ ਐਵਾ ਮਾਟੋ ਰੀਸੈਂਟ ਦੇ ਵਿੱਚ ਇੱਕ ਦਿਨ ਵਾਸਤੇ ਬਣੀ ਸੀਗੀ। ਬਾਕੀ ਮਾਰਾ ਗੋਮਜ਼ ਇਹਨਾਂ ਦਾ ਨਾਮ ਪੂਰਾ ਰਹੇਗਾ। ਮਾਰਾ ਗੋਮਜ਼ ਕੌਣ ਹੈ ਜੀ? ਫੁੱਟਬਾਲ ਖੇਡਣ ਵਾਲੀ ਪਹਿਲੀ ਮਹਿਲਾ ਟਰਾਂਸਜੈਂਡਰ ਹੈਗੀ ਸੀਗੀ ਇਹ, ਠੀਕ ਹੈ ਨਾ, ਔਰ ਇਹ ਅਰਜਨਟੀਨਾ ਤੋਂ ਸੀਗੀ ਮਾਰਾ ਗੋਮਜ਼। ਬਾਕੀ ਅਲੈਗਜ਼ੈਂਡਰ ਐਲਸ ਬਾਰੇ ਗੱਲ ਕਰੀਏ, ਆਪਾਂ ਨੇ ਪੜ੍ਹਿਆ ਸੀ ਰੀਸੈਂਟ ਵਿੱਚ ਬ੍ਰਿਟੇਨ ਦੇ ਵਿੱਚ ਆਪਣੇ ਭਾਰਤੀ ਹਾਈ ਕਮਿਸ਼ਨਰ ਬਣੇ ਸੀਗੇ ਇਹ, ਠੀਕ ਹੈ। ਸੋ ਇਹਨਾਂ ਨਾਮ ਵੀ ਇੰਪੋਰਟੈਂਟ ਰਹੇਗਾ। ਸਾਰੇ ਨਾਮ ਧਿਆਨ ਵਿੱਚ ਰੱਖਣੇ ਇੰਪੋਰਟੈਂਟ ਨੇਗੇ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। ਹੂ ਬਿਕਮ ਦੀ ਥਰਡ ਸਟੇਟ ਟੂ ਇੰਪਲੀਮੈਂਟ ਅਰਬਨ ਲੋਕਲ ਬਾਡੀ ਰਿਫੋਰਮਸ। ਦੇਖੋ ਜੀ ਕਹਿੰਦੇ ਸ਼ਹਿਰੀ ਸਥਾਨਕ ਸੰਸਥਾ ਸੁਧਾਰਾਂ ਨੂੰ ਲਾਗੂ ਕਰਨ ਵਾਲਾ ਤੀਜਾ ਰਾਜ ਕਿਹੜਾ ਬਣ ਚੁੱਕਿਆ ਗਾ? ਤੇ ਇੰਪੋਰਟੈਂਟ ਰਹੇਗਾ ਜੀ, ਔਰ ਇਹ ਤੀਜਾ ਰਾਜ ਬਣਿਆ ਗਾ ਤੇਲੰਗਾਨਾ ਸਟੇਟ, ਠੀਕ ਹੈ ਜੀ। ਤੇਲੰਗਾਨਾ ਦਾ ਨਾਮ ਧਿਆਨ ਰੱਖਣਾ ਇੰਪੋਰਟੈਂਟ ਹੈਗਾ। ਔਰ ਇਹਦੇ ਤਹਿਤ ਹੁਣ ਕੀ ਹੋਏਗਾ, ਜਿਹੜਾ ਆਪਣੇ ਕੇਂਦਰ ਦਾ ਵਿੱਤ ਆਯੋਗ ਆ, ਵਿੱਤ ਆਯੋਗ ਦਾ ਜਿਹੜਾ ਖਰਚ ਵਿਭਾਗ ਹੈਗਾ, ਠੀਕ ਹੈ ਨਾ, ਉਹ ਹੁਣ 2508 ਕਰੋੜ ਰੁਪਏ ਦਾ ਜਿਹੜਾ ਵੱਧ ਲੋਨ ਹੈਗਾ ਦੂਜੇ ਸਟੇਟਾਂ ਨਾਲੋਂ ਵੱਧ ਲੋਨ ਲੈ ਸਕਦਾ ਹੁਣ ਤੇਲੰਗਾਨਾ ਸਟੇਟ ਆਪਣੇ ਖੁੱਲ੍ਹੇ ਬਾਜ਼ਾਰ ਦੇ ਮਾਧਿਅਮ ਦੇ ਨਾਲ, ਠੀਕ ਹੈ ਨਾ, ਇਸ ਦੇ ਤਹਿਤ। ਸੋ ਬਸ ਤੇਲੰਗਾਨਾ ਨਾਮ ਧਿਆਨ ਵਿੱਚ ਰੱਖਣਾ, ਅਰਬਨ ਲੋਕਲ ਬਾਡੀ ਰਿਫੋਰਮ ਨੂੰ ਲਾਗੂ ਕਰਨ ਵਾਲਾ ਤੀਜਾ ਸਟੇਟ ਬਣਿਆ। ਅੱਛਾ, ਮੈਂ ਕਿਹਾ ਤੀਜਾ ਬਣੇਗਾ, ਤਾਂ ਇਸ ਤੋਂ ਪਹਿਲਾਂ ਦੋ ਕਿਹੜੇ ਨੇ? ਸਭ ਤੋਂ ਪਹਿਲਾਂ ਸੀ ਮੱਧ ਪ੍ਰਦੇਸ਼, ਸੈਕਿੰਡ ਹੈਗਾ ਆਂਧਰਾ ਪ੍ਰਦੇਸ਼, ਔਰ ਥਰਡ ਬਣ ਚੁੱਕਿਆ ਹੁਣ ਤੇਲੰਗਾਨਾ, ਠੀਕ ਹੈ ਨਾ। ਸੋ ਤੇਲੰਗਾਨਾ ਨਾਮ ਇੰਪੋਰਟੈਂਟ ਰਹੇਗਾ। ਸੋ ਇਹਦੇ ਬਾਰੇ ਤੁਹਾਨੂੰ ਧਿਆਨ ਵਿੱਚ ਰੱਖਣਾ। ਬਾਕੀ ਤੇਲੰਗਾਨਾ ਬਾਰੇ ਗੱਲਬਾਤ ਕਰ ਲੈਂਦੇ ਹਾਂ। ਤੇਲੰਗਾਨਾ ਬਾਰੇ ਗੱਲ ਕਰੀਏ ਤਾਂ ਕੈਪੀਟਲ ਹੈਗੀ ਜੀ ਹੈਦਰਾਬਾਦ, ਠੀਕ ਹੈ ਨਾ। ਔਰ ਹੈਦਰਾਬਾਦ ਵਿੱਚ ਯਾਦ ਰੱਖਣਾ ਆਪਣੇ ਦੁਨੀਆ ਦਾ ਸਭ ਤੋਂ ਵੱਡਾ ਮੈਡੀਟੇਸ਼ਨ ਸੈਂਟਰ ਹੁਣ ਖੋਲ੍ਹਿਆ ਜਾਵੇਗਾ, ਧਿਆਨ ਵਿੱਚ ਰੱਖਣਾ। ਬਾਕੀ ਹੈਦਰਾਬਾਦ ਦੇ ਇੱਕ ਨਹਿਰੂ ਜੂਲੋਜੀਕਲ ਪਾਰਕ ਹੈਗਾ, ਉਸ ਨੂੰ ਹੁਣ ਰੀਸੈਂਟ ਵਿੱਚ ISO ਸਰਟੀਫਿਕੇਟ ਵੀ ਮਿਲਿਆ ਸੀ। ਔਰ ਇਸੇ ਤਰੀਕੇ ਨਾਲ ਆਪਣੇ ਦੇਸ਼ ਦਾ ਪਹਿਲਾ ਅਜਿਹਾ ਚਿੜੀਆਘਰ ਬਣਿਆ ਗਾ ਇਹ ਜਿਹੜਾ ਨਹਿਰੂ ਜੂਲੋਜੀਕਲ ਪਾਰਕ ਆ, ਜਿਹਨੂੰ ਇਹ ਸਰਟੀਫਿਕੇਟ ਮਿਲਿਆ ਗਾ, ਠੀਕ ਹੈ ਨਾ। ਸੋ ਇਹ ਤੁਹਾਨੂੰ ਯਾਦ ਰੱਖਣਾ। ਬਾਕੀ ਤੇਲੰਗਾਨਾ ਦੇ CM ਦੀ ਗੱਲ ਕਰੀਏ ਤਾਂ K ਚੰਦਰਸ਼ੇਖਰ ਰਾਓ ਨੇ ਜੀ, ਔਰ ਗਵਰਨਰ ਦੀ ਗੱਲ ਕਰੀਏ ਤਾਂ ਡਾਕਟਰ ਤਮਿਲਸਾਈ ਸੌਂਦਰਰਾਜਨ ਨੇਗੇ। ਔਰ ਤੇਲੰਗਾਨਾ ਦੀ ਅਗਰ ਆਪਾਂ ਗੱਲ ਕਰੀਏ ਚੀਫ ਜਸਟਿਸ ਕੌਣ ਬਣੀ ਹੈ? ਪਹਿਲੀ ਵਾਰ ਕੋਈ ਮਹਿਲਾ ਬਣੀ ਹੈ, ਔਰ ਜਿਹਨਾਂ ਨਾਮ ਹੈਗਾ ਜੀ ਹਿਮਾ ਕੋਹਲੀ, ਠੀਕ ਹੈ ਨਾ। ਸੋ ਤਾਂ ਕਰਕੇ ਨਾ ਨਾਮ ਇੰਪੋਰਟੈਂਟ ਹੈਗਾ। ਬਾਕੀ ਤੇਲੰਗਾਨਾ ਤੋਂ ਹੋਰ ਕੀ ਰਿਵਾਈਜ਼ ਕਰ ਸਕਦੇ ਹਾਂਗੇ। ਸਭ ਤੋਂ ਪਹਿਲਾਂ ਤਾਂ ਯਾਦ ਰੱਖਣਾ ਜਿਹੜਾ ਸਾਲ 2020 ਸੀ ਉਸ ਨੂੰ AI ਦਾ ਸਾਲ ਘੋਸ਼ਿਤ ਕੀਤਾ ਸੀ ਤੇਲੰਗਾਨਾ ਰਾਜ ਨੇ। AI ਮਤਲਬ ਆਰਟੀਫਿਸ਼ਲ ਇੰਟੈਲੀਜੈਂਸ ਦਾ ਸਾਲ, ਠੀਕ ਹੈ ਨਾ। ਔਰ ਇਸ ਤੋਂ ਇਲਾਵਾ ਇੱਕ ਯੋਜਨਾ ਸੀ ਰੇਯੂਥਾ ਵੇਦਿਕਾ ਨਾਂ ਦੀ, ਠੀਕ ਹੈ, ਕਿਸਾਨਾਂ ਵਾਸਤੇ ਸੀ। ਤੇਲੰਗਾਨਾ ਸਟੇਟ ਦੇ ਦੁਆਰਾ ਇਸ ਨੂੰ ਲਾਂਚ ਕੀਤਾ ਗਿਆ ਸੀ। ਔਰ ਇਸੇ ਤਰੀਕੇ ਨਾਲ ਇੱਕ ਧਰਨੀ ਪੋਰਟਲ ਨੂੰ ਵੀ ਲਾਂਚ ਕੀਤਾ ਸੀ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਤੇਲੰਗਾਨਾ ਸਰਕਾਰ ਨੇ। ਔਰ ਇਸ ਤੋਂ ਇਲਾਵਾ ਦੇਖੋ ਜਿਹੜੀ ਇੱਕ ਇਲੈਕਟ੍ਰੀਕਲ ਵਾਹਨ ਨੀਤੀ ਸੀਗੀ ਉਸ ਨੂੰ ਵੀ ਲਾਗੂ ਕਰਨ ਵਾਲਾ ਆਪਣੇ ਦੇਸ਼ ਦਾ ਤੀਜਾ ਰਾਜ ਬਣਿਆ ਸੀ ਤੇਲੰਗਾਨਾ। ਦੇਖੋ ਦੋ ਕੁਐਸਚਨ ਹੋ ਗਏ, ਇੱਕ ਤਾਂ ਇਲੈਕਟ੍ਰੀਕਲ ਵਾਹਨ ਨੀਤੀ ਨੂੰ ਲਾਗੂ ਕਰਨ ਵਾਲਾ ਤੀਜਾ ਰਾਜ ਹੈਗਾ ਸੀਗਾ, ਔਰ ਇੱਕ ਹੋ ਗਿਆ ਹੁਣ ਆਪਣਾ ਅਰਬਨ ਲੋਕਲ ਬਾਡੀ ਰਿਫੋਰਮ ਨੂੰ, ਇਹਦੇ ਵਿੱਚ ਵੀ ਕੀ ਹੈ ਤੀਜਾ ਰਾਜ ਜਿਹੜਾ ਬਣ ਚੁੱਕਿਆ ਗਾ। ਅੱਛਾ, ਅਗਰ ਮੈਂ ਗੱਲ ਕਰਾਂ ਇਲੈਕਟ੍ਰੀਕਲ ਵਾਹਨ ਨੀਤੀ ਦੀ ਤਾਂ ਉਹਦੇ ਵਿੱਚ ਦੋ ਰਾਜ ਹੋਰ ਕਿਹੜੇ ਨੇ? ਤਾਂ ਯਾਦ ਰੱਖਣਾ ਇੱਕ ਤਾਂ ਆਪਣੀ ਦਿੱਲੀ ਯੂਟੀ ਆ, ਔਰ ਦੂਜਾ ਹੈਗਾ ਜੀ ਗੁਜਰਾਤ, ਠੀਕ ਹੈ ਨਾ। ਬਾਕੀ ਤੇਲੰਗਾਨਾ ਨੇ ਇੱਕ ਐਪਲੀਕੇਸ਼ਨ ਵੀ ਲਾਂਚ ਕੀਤਾ ਸੀ ਹਾਲ ਹੀ ਦੇ ਵਿੱਚ, TS ਵੈਦਰ ਨਾਂ ਦਾ ਐਪਲੀਕੇਸ਼ਨ, ਠੀਕ ਹੈ ਨਾ। ਔਰ ਅਗਰ ਆਪਾਂ ਗੱਲ ਕਰੀਏ ਤੇਲੰਗਾਨਾ ਦੀ ਕੈਪੀਟਲ ਦੇਖੋ ਹੈਦਰਾਬਾਦ ਸੀਗੀ। ਹੈਦਰਾਬਾਦ ਨਾਲ ਰਿਲੇਟਡ ਇੱਕ ਫੈਕਟ ਹੋਰ ਯਾਦ ਰੱਖਣਾ, ਜਿਹੜਾ ਹੈਦਰਾਬਾਦ ਦਾ ਮੈਟਰੋ ਨੈਟਵਰਕ ਹੈਗਾ ਆਪਣੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਲਾਰਜੈਸਟ ਮੈਟਰੋ ਨੈਟਵਰਕ ਹੈਗਾ, ਪਹਿਲੇ ਨੰਬਰ ਦਾ ਹੈਗਾ ਦਿੱਲੀ ਦੇ ਵਿੱਚ, ਠੀਕ ਹੈ ਨਾ। ਸੋ ਇਹ ਸਾਰੇ ਫੈਕਟ ਤੁਸੀਂ ਤੇਲੰਗਾਨਾ ਨਾਲ ਰਿਲੇਟਡ ਯਾਦ ਰੱਖਣੇ ਜੀ, ਸਾਰੇ ਹੀ ਇੰਪੋਰਟੈਂਟ ਹੈਗੇ ਨੇਗੇ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ ਹੁਣ ਆਪਾਂ। ਸੋ ਦੋਸਤੋ ਅਗਲੇ ਕੁਐਸਚਨ ਤੋਂ ਪਹਿਲਾਂ ਇੱਕ ਵਾਰੀ ਕਲਾਸ ਨੂੰ ਲਾਈਕ ਕਰ ਦਿਓ ਜੀ ਹੁਣੀ, ਔਰ ਸ਼ੇਅਰ ਵੀ ਕਰ ਦੇਣਾ ਬਾਅਦ ਦੇ ਵਿੱਚ, ਠੀਕ ਹੈ ਨਾ। ਔਰ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਤੁਹਾਨੂੰ ਕਲਾਸ ਕਿਸ ਤਰੀਕੇ ਨਾਲ ਲੱਗੀ, ਠੀਕ ਹੈ ਨਾ। ਬਾਕੀ ਲਾਈਕ ਕਰਨਾ ਜ਼ਰੂਰੀ ਹੈਗਾ, ਵੈਸੇ ਮੈਂ ਤੁਹਾਨੂੰ ਘੱਟ ਹੀ ਕਹਿਣਾ ਹੁੰਦਾ ਗਾ, ਤਾਂ ਤੁਸੀਂ ਆਪ ਹੀ ਕਰ ਦਿਆ ਕਰੋ, ਠੀਕ ਹੈ, ਲਾਈਕ ਐਂਡ ਸ਼ੇਅਰ। ਤਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਖੈਰ
अपना प्रश्न है जी, कहते वेयर वाज द फोर्थ वन प्लैनेट समिट ऑर्गेनाइज्ड। कहते जी कित्थे चौथा वन प्लैनेट समिट नूं आयोजित किया गया सीगा। देखो जी ਜਿਹੜਾ ਇਹ वन प्लैनेट सम्मेलन ਸੀ ना, ਇਹ ਹੁਣ ਹੋਇਆ ਸੀ ਜੀ ਫਰਾਂਸ ਦੇ ਵਿੱਚ। ਔਰ ਅਗਰ ਆਪਾਂ ਇਸ सम्मेलन ਦੀ ਗੱਲ ਕਰੀਏ ਤਾਂ ਕਿਸ ਦੇ ਦੁਆਰਾ ਕਰਾਇਆ ਗਿਆ ਸੀ? ਵਰਲਡ ਬੈਂਕ ਅਤੇ UNO ਦੇ ਦੁਆਰਾ ਇਸ ਨੂੰ ਕਰਵਾਇਆ ਗਿਆ ਸੀ। ਔਰ ਕਿੱਥੇ ਕਰਵਾਇਆ ਗਿਆ ਸੀ? ਫਰਾਂਸ ਦੇ ਵਿੱਚ ਕਰਾਇਆ ਗਿਆ ਸੀ। ਦੇਖੋ ਇਹ ਹੈਗਾ ਕਾਹਦੇ ਵਾਸਤੇ? वन प्लैनेट समिट। ਤਾਂ ਜਿਹੜਾ ਆਪਣੇ ਵਾਤਾਵਰਨ ਨੂੰ ਬਚਾਉਣ ਸੰਬੰਧੀ ਕੀ ਇੱਕ ਸੰਮੇਲਨ ਕਰਵਾਇਆ ਗਿਆ ਸੀਗਾ। ਸੋ ਜਿਹਦਾ ਨਾਮ वन प्लैनेट सम्मेलन, ठीक है ना, समिट ਜਿਹਨੂੰ ਕਹਿੰਦੇ ਹੈਗੇ। ਬਾਕੀ ਇਹਦਾ ਇਸ ਵਾਰ ਤੁਸੀਂ ਮੋਟੋ ਯਾਦ ਰੱਖ ਸਕਦੇ ਹੋ। ਇਹਦਾ ਮੋਟੋ ਹੈਗਾ ਸੀ ਲੈਟਸ ਐਕਟ ਟੂਗੈਦਰ ਫॉर ਨੇਚਰ, ਠੀਕ ਹੈ ਨਾ। ਤਾਂ ਇਹਦਾ ਮੋਟੋ ਯਾਦ ਰੱਖਣਾ। ਬਾਕੀ ਫਰਾਂਸ ਵਿੱਚ ਹੋਇਆ ਸੀਗਾ। ਫਰਾਂਸ ਬਾਰੇ ਗੱਲ ਕਰ ਲੈਂਦੇ ਹਾਂ। ਦੇਖੋ ਫਰਾਂਸ ਦੀ ਕੈਪੀਟਲ ਕੀ ਹੈ? ਪੈਰਿਸ। ਤਾਂ ਪੈਰਿਸ ਨਾਲ ਰਿਲੇਟਡ ਤੁਹਾਨੂੰ ਫੈਕਟ ਦੱਸਦਾ, 2024 ਦੇ ਜਿਹੜੇ ਆਪਣੇ ਓਲੰਪਿਕ ਹੈ ਉਹ ਪੈਰਿਸ ਵਿੱਚ ਹੀ ਹੋਣੇ ਨੇਗੇ, ਠੀਕ ਹੈ। ਸੋ ਇਹ ਤੁਹਾਨੂੰ ਧਿਆਨ ਚ ਰੱਖਣਾ ਇੰਪੋਰਟੈਂਟ ਹੈ। ਔਰ ਓਲੰਪਿਕ ਨਾਲ ਵੀ ਇੱਕ ਫੈਕਟ ਯਾਦ ਰੱਖਣਾ, ਇਸ ਵਾਰ 2024 ਵਿੱਚ ਓਲੰਪਿਕ ਦੇ ਵਿੱਚ 4 ਨਿਊ ਗੇਮਸ ਨੂੰ ਐਡ ਕੀਤਾ ਗਿਆ। ਕਿਹੜੀਆਂ ਗੇਮਸ ਆ ਉਹ ਤੁਹਾਨੂੰ ਪਤਾ ਹੋਣਾ ਚਾਹੀਦੀਆਂ ਨੇ। 4 ਗੇਮਸ ਕਿਹੜੀਆਂ ਨੇ? ਸਭ ਤੋਂ ਪਹਿਲੀ ਹੈ ਸਕੇਟ ਬੋਰਡਿੰਗ ਔਰ ਸਪੋਰਟ ਕਲਾਈਮਿੰਗ, ਸਰਫਿੰਗ ਹੈ ਔਰ ਇੱਕ ਹੈਗੀ ਲਾਸਟ ਮਨ ਆਪਣਾ ਬ੍ਰੇਕ ਡਾਂਸ, ਠੀਕ ਹੈ ਨਾ। ਸੋ ਇਹਨਾਂ ਬਾਰੇ ਯਾਦ ਰੱਖਣਾ, ਇਹ ਸਾਰੇ ਹੀ ਇੰਪੋਰਟੈਂਟ ਨੇਗੇ। ਬਾਕੀ ਪੈਰਿਸ ਦੇ ਵਿੱਚ ਯੂਨੈਸਕੋ ਦਾ ਵੀ ਹੈੱਡਕੁਆਟਰ ਹੈਗਾ ਜੀ, ਠੀਕ ਹੈ ਨਾ। ਔਰ ਇਸ ਦੇ ਨਾਲ ਹੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦਾ ਵੀ ਹੈੱਡਕੁਆਟਰ ਪੈਰਿਸ ਵਿੱਚ ਹੀ ਹੈਗਾ। ਤਾਂ ਇਹ ਵੀ ਤੁਹਾਨੂੰ ਯਾਦ ਰੱਖਣਾ। ਬਾਕੀ ਫਰਾਂਸ ਦੀ ਕਰੰਸੀ ਹੈਗੀ ਹੈ ਜੀ ਯੂਰੋ, ਠੀਕ ਹੈ ਨਾ। ਇਹ ਤੁਹਾਨੂੰ ਯਾਦ ਰੱਖਣਾ। ਦੇਖੋ ਗੱਲ ਜਦੋਂ ਫਰਾਂਸ ਦੀ ਆਉਂਦੀ ਹੈ ਤਾਂ ਫਰਾਂਸ ਨਾਲ ਰਿਲੇਟਡ ਆਪਾਂ ਨੇ ਇੱਕ ਕੁਐਸਚਨ ਵੀ ਪੜ੍ਹਿਆ ਸੀ ਰੀਸੈਂਟ ਵਿੱਚ, ਅਗਰ ਤੁਹਾਡੇ ਯਾਦ ਹੋਵੇ। ਫਰਾਂਸ ਨਾਲ ਆਪਾਂ ਨੇ ਇੱਕ ਐਕਸਰਸਾਈਜ਼ ਕੀਤੀ ਸੀ ਜਿਹਦੇ ਅਸੀਂ ਸਕਾਈ ਰੋਜ਼ ਨਾਂ ਦੀ ਸਕਾਈ ਰੋਜ਼ ਐਕਸਰਸਾਈਜ਼ ਕੀਤੀ ਫਰਾਂਸ ਨਾਲ। ਔਰ ਕਿੱਥੇ ਹੋਈ ਸੀ ਇਹ? ਰਾਜਸਥਾਨ ਦੇ ਜੋਧਪੁਰ ਦੇ ਵਿੱਚ ਹੋਈ ਸੀਗੀ, ਠੀਕ ਹੈ ਨਾ। ਸੋ ਜਿਹੜੀ ਐਕਸਰਸਾਈਜ਼ ਹੈ ਇੰਪੋਰਟੈਂਟ ਰਹੇਗੀ ਆਪਣੇ ਲਈ, ਆਪਣੇ ਭਾਰਤ ਅਤੇ ਫਰਾਂਸ ਵਿਚਕਾਰ ਇਹ ਹੋਈ ਸੀਗੀ। ਬਾਕੀ ਫਰਾਂਸ ਨਾਲ ਆਪਣੇ ਕੁਝ ਹੋਰ ਵੀ ਐਕਸਰਸਾਈਜ਼ ਹੈਗੀਆਂ ਜਿਹੜੀਆਂ ਇੰਪੋਰਟੈਂਟ ਨੇਗੀਆਂ, ਜਿਵੇਂ ਕਿ ਸ਼ਕਤੀ ਐਕਸਰਸਾਈਜ਼ ਆਪਣੀ, ਵਰੁਣ ਐਕਸਰਸਾਈਜ਼ ਹੈ ਔਰ ਇਸ ਤੋਂ ਇਲਾਵਾ ਗੁਰੁੜ ਐਕਸਰਸਾਈਜ਼ ਵੀ ਆਪਣੀ ਫਰਾਂਸ ਨਾਲ ਹੈਗੀ। ਅਤੇ ਐਕਸਰਸਾਈਜ਼ ਵੀ ਇੰਪੋਰਟੈਂਟ ਨੇ ਜੀ ਇਹ ਸਾਰੀਆਂ, ਇਹ ਵੀ ਤੁਹਾਨੂੰ ਧਿਆਨ ਵਿੱਚ ਰੱਖਣੀ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ ਹੁਣ ਆਪਾਂ ਅੱਜ ਦੇ। ਵਿਚ ਕੰਟਰੀ ਹੈਜ਼ ਬੀਨ ਨੇਮਡ ਬਾਈ ਦੀ USA ਐਜ਼ ਸਪੋਂਸਰ ਆਫ ਟੈਰੋਰਿਜ਼ਮ। ਦੇਖੋ ਜੀ ਕਹਿੰਦੇ ਕਿਸ ਦੇਸ਼ ਦਾ ਨਾਮ ਅਮਰੀਕਾ ਨੇ ਹੁਣ ਅੱਤਵਾਦ ਦਾ ਪ੍ਰਯੋਜਕ ਰੱਖਿਆ ਗਾ। ਦੇਖੋ ਸਪੋਂਸਰ ਆਫ ਟੈਰੋਰਿਜ਼ਮ ਇਹ ਜਿਹੜਾ ਹੁਣ ਅਮਰੀਕਾ ਨੇ ਕਿਹਾ ਗਾ, ਕਿਊਬਾ ਕੰਟਰੀ ਨੂੰ ਕਿਹਾ ਗਾ, ਠੀਕ ਹੈ ਨਾ। ਦੇਖੋ ਅਮਰੀਕਾ ਦੇ ਦੁਆਰਾ ਹੁਣ ਕਿਹਾ ਗਿਆ ਗਾ, ਅਮਰੀਕਾ ਦਾ ਜਿਹੜਾ ਵਿਦੇਸ਼ ਮੰਤਰਾਲਾ ਉਹਦੇ ਦੁਆਰਾ ਕਿਹਾ ਗਿਆ ਜਿਹੜਾ ਕਿਊਬਾ ਕੰਟਰੀ ਹੈਗਾ, ਜਿਹੜਾ ਹੁਣ ਆਪਣੇ ਅੰਤਰਰਾਸ਼ਟਰੀ ਅੱਤਵਾਦ ਹੈਗਾ, ਠੀਕ ਹੈ ਨਾ, ਉਹਨੂੰ ਕੀ ਹੈਗਾ ਪੂਰੇ ਤਰੀਕੇ ਨਾਲ ਸਮਰਥਨ ਦਿੰਦਾ ਹੈਗਾ ਕਿਊਬਾ ਕੰਟਰੀ, ਠੀਕ ਹੈ ਨਾ। ਸੋ ਕੀ ਆ ਕਹਿ ਸਕਦੇ ਅਮਰੀਕਾ ਵੱਲੋਂ ਪੂਰੇ ਸਾਫ਼ ਤੌਰ 'ਤੇ ਕਿਹਾ ਗਿਆ ਹੁਣ ਵੀ ਜਿਹੜਾ ਕਿਊਬਾ ਗਾ ਇਹ ਪੂਰੇ ਦੁਨੀਆ ਦੇ ਵਿੱਚ ਜਿਹੜਾ ਅੱਤਵਾਦ ਦਾ ਇੱਕ ਕਾਰਨ ਹੈਗਾ ਇਹ ਕੰਟਰੀ ਵੀ, ਠੀਕ ਹੈ। ਸੋ ਇਹ ਕਿਊਬਾ ਕੰਟਰੀ ਨੂੰ ਕਿਹਾ ਗਿਆ ਗਾ ਸਪੋਂਸਰ ਆਫ ਟੈਰੋਰਿਜ਼ਮ, ਠੀਕ ਹੈ। ਸੋ ਤੁਹਾਨੂੰ ਕਿਊਬਾ ਕੰਟਰੀ ਦਾ ਨਾਮ ਧਿਆਨ ਵਿੱਚ ਰੱਖਣਾ। ਬਾਕੀ ਕਿਊਬਾ ਬਾਰੇ ਗੱਲ ਕਰੀਏ, ਕੈਪੀਟਲ ਵੈਸੇ ਇੱਥੇ ਹਵਾਨਾ ਗੀ ਔਰ ਇੱਥੇ ਜਿਹੜੀ ਕਰੰਸੀ ਚੱਲਦੀ ਹੈ ਜੀ ਕਿਊਬਨ ਪੀਸੋ, ਇੱਥੇ ਕੀ ਹੈ ਕਰੰਸੀ ਚੱਲਦੀ ਆ। ਸੋ ਤੁਸੀਂ ਨਾਲ ਯਾਦ ਰੱਖ ਸਕਦੇ ਹੋਗੇ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। ਵੇਅਰ ਵਾਜ਼ ਦੀ ਫਸਟ ਆਈਸ ਕਲਿੰਬਿੰਗ ਫੈਸਟੀਵਲ ਹੈਲਡ। ਦੇਖੋ ਜੀ ਕਹਿੰਦੇ ਕਿੱਥੇ ਪਹਿਲਾ ਆਈਸ ਕਲਿੰਬਿੰਗ ਤਿਉਹਾਰ ਨੂੰ ਹੁਣ ਆਯੋਜਿਤ ਕੀਤਾ ਜਾਏਗਾ। ਦੇਖੋ ਜਿਹੜਾ ਇਹ ਆਈਸ ਕਲਿੰਬਿੰਗ ਤਿਉਹਾਰ ਹੈ ਨਾ, ਫੈਸਟੀਵਲ ਆ, ਇਹ ਹੋਏਗਾ ਜੀ ਹੁਣ ਲੇਹ ਦੇ ਵਿੱਚ, ਠੀਕ ਹੈ ਨਾ। ਸੋ ਇੰਪੋਰਟੈਂਟ ਹੈ ਜੀ ਲੇਹ। ਬਾਕੀ ਅਗਰ ਆਪਾਂ ਗੱਲ ਕਰੀਏ ਇਸ ਫੈਸਟੀਵਲ ਦੀ, ਆਈਸ ਕਲਿੰਬਿੰਗ ਤਿਉਹਾਰ ਦੀ ਫੈਸਟੀਵਲ ਦੀ ਕਾਹਦੇ ਵਾਸਤੇ ਆ? ਬੇਸਿਕਲੀ ਅਗਰ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਆਪਣੀਆਂ ਐਡਵੈਂਚਰ ਸਪੋਰਟਸ ਹੁੰਦੀਆਂ ਨੇ ਉਹਨੂੰ ਥੋੜ੍ਹਾ ਪ੍ਰੋਤਸਾਹਨ ਦੇਣ ਵਾਸਤੇ ਕੀ ਇਹ ਮਨਾਇਆ ਜਾਏਗਾ ਪਹਿਲੀ ਵਾਰ। ਔਰ ਖਾਸ ਕਰਕੇ ਨਾ ਜਿਹੜਾ ਟੂਰਿਸਟ ਹੈ, ਠੀਕ ਹੈ, ਟੂਰਿਜ਼ਮ ਹੈ, ਉਸ ਨੂੰ ਵੀ ਥੋੜ੍ਹਾ ਕੀ ਆ ਵਧਾਵਾ ਮਿਲੇਗਾ ਇਸ ਚੀਜ਼ ਦੇ ਨਾਲ। ਤਾਂ ਕਰਕੇ ਹੁਣ ਲੇਹ ਦੇ ਵਿੱਚ ਹੋਣ ਜਾ ਰਿਹਾ ਪਹਿਲੀ ਵਾਰ। ਤਾਂ ਇਸ ਨੂੰ ਯਾਦ ਰੱਖਣਾ, ਆਈਸ ਕਲਿੰਬਿੰਗ ਫੈਸਟੀਵਲ ਕਿੱਥੇ ਹੋਣ ਜਾ ਰਿਹਾ? ਲੇਹ ਦੇ ਵਿੱਚ ਹੋਣ ਜਾ ਰਿਹਾ। ਅੱਛਾ ਗੱਲ ਲੇਹ ਦੀ ਕਰਦੇ ਆ ਨਾ, ਤਾਂ ਯਾਦ ਰੱਖਣਾ ਆਪਣੇ ਭਾਰਤ ਦਾ 2nd ਨੰਬਰ ਦਾ ਲਾਰਜੈਸਟ ਡਿਸਟ੍ਰਿਕਟ ਹੈ ਲੇਹ। ਪਹਿਲੇ ਨੰਬਰ ਦਾ ਕਿਹੜਾ ਗਾ? ਪਹਿਲੇ ਨੰਬਰ ਦਾ ਹੈਗਾ ਗੁਜਰਾਤ ਦਾ ਕੱਛ, ਠੀਕ ਹੈ ਨਾ, ਯਾਦ ਰੱਖਣਾ। ਬਾਕੀ ਲੇਹ ਦੀ ਗੱਲ ਕਰੀਏ, ਦੇਖੋ ਲੱਦਾਖ ਦੇ ਵਿੱਚ ਹੈਗਾ। ਲੱਦਾਖ ਦੇ ਲੈਫਟੀਨੈਂਟ ਗਵਰਨਰ ਕੌਣ ਹੈਗੇ? ਰਾਧਾ ਕ੍ਰਿਸ਼ਨਨ ਮਾਥੁਰ ਸਾਹਿਬ ਹੈਗੇ ਨੇਗੇ। ਔਰ ਲੱਦਾਖ ਦੇ ਨਵੇਂ ਯਾਨੀ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਹਾਈਕੋਰਟ ਦੇ ਨਵੇਂ ਚੀਫ ਜਸਟਿਸ ਕੌਣ ਬਣੇ ਸੀ ਹੁਣ? ਪੰਕਜ ਮਿੱਥਲ ਸਾਹਿਬ ਬਣੇ ਸੀਗੇ। ਤਾਂ ਇਹ ਵੀ ਇਹਨਾਂ ਦੇ ਨਾਲ ਤੁਹਾਨੂੰ ਯਾਦ ਰੱਖਣਾ। ਅੱਛਾ ਬਾਕੀ ਲੱਦਾਖ ਦੇ ਨਾਲ ਰਿਲੇਟਡ ਯਾਦ ਰੱਖਣਾ, ਇਸੇ ਮਹੀਨੇ ਦੇ ਵਿੱਚ ਹੀ ਹੁਣ ਖੇਲੋ ਇੰਡੀਆ ਆਈਸ ਹਾਕੀ ਟੂਰਨਾਮੈਂਟ ਹੋਣ ਜਾ ਰਿਹਾ ਕਿੱਥੇ? ਕਾਰਗਿਲ ਦੇ ਵਿੱਚ, ਠੀਕ ਹੈ। ਸੋ ਇਹ ਤੁਹਾਨੂੰ ਯਾਦ ਰੱਖਣਾ ਇਹ ਵੀ ਫੈਕਟ ਨਾਲ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। ਹੂ ਵਾਜ਼ ਅਵਾਰਡਡ ਦੀ ਪਬਲਿਕ ਹੈਲਥ ਡੈਂਟਿਸਟ ਅਵਾਰਡ 2020। ਦੇਖੋ ਕਿਸੇ ਨੂੰ ਜੀ ਪਬਲਿਕ ਹੈਲਥ ਡੈਂਟਿਸਟ ਅਵਾਰਡ 2020 ਦੇ ਨਾਲ ਸਨਮਾਨਿਤ ਕੀਤਾ ਗਿਆ ਗਾ। ਤਾਂ ਇਹਨਾਂ ਨਾਲ ਜੀ ਡਾਕਟਰ ਵਿਨੇ ਭਾਰਤਵਾਜ ਨੂੰ, ਡਾਕਟਰ ਵਿਨੇ ਭਾਰਤਵਾਜ ਦੀ ਮੈਂ ਗੱਲ ਕਰਾਂ ਤਾਂ ਹਿਮਾਚਲ ਪ੍ਰਦੇਸ਼ ਦੇ ਗੌਰਮੈਂਟ ਡੈਂਟਲ ਕਾਲਜ ਦੇ ਵਿੱਚ ਇੱਕ ਪ੍ਰੋਫੈਸਰ ਹੈਗੇ ਨੇ। ਸੋ ਇਹਨਾਂ ਨੂੰ ਹੁਣ 2020 ਦਾ ਹੈਲਥ ਡੈਂਟਿਸਟ ਅਵਾਰਡ ਦੇ ਨਾਲ ਕੀ ਸਨਮਾਨਿਤ ਕੀਤਾ ਜਾਏਗਾ। ਸੋ ਇਹਨਾਂ ਦਾ ਨਾਮ ਇੰਪੋਰਟੈਂਟ ਰਹੇਗਾ।
बाकी ऑप्शन बारे अपने ਅੱਜ ਦੀ क्लास डिस्कशन की है। डॉक्टर शैली कैनी बारे राष्ट्रीय फ्लोरेंस नाइटिंगेल अवार्ड दिता जाएगा। रणजीत सिंह देसलरी ग्लोबल टीचर प्राइज़ प्राप्त करने वाले पहले भारतीय बने ने। संजय कपूर आल इंडिया चैस फैडरेशन के नवे चेयरमैन बने सीगे, ठीक है ना। सो इन्होंने नाम सुने ध्यान में रखना। सो दोस्तों ये सी अपनी अज दियाँ सारिया करंट अफेयर न्यूज़ यानी कि 15 तो 16 जनवरी जिहदे कि आपां 2 दिनों दी इंपोर्टेंट करंट अफेयर न्यूज़ कवर कीतियां ने गया। सो आई होप तुहानूं क्लास वधिया लगी होएगी जी, और क्लास वधिया लगी तो इन्हूं हुणे लाइक एंड शेयर कर देना, ठीक है ना। सो एक बार लाइक एंड शेयर करना जरूरी है। सो ओके जी, थैंक यू, टेक केयर।